ਹੁਣ ਸੁਣੋ ਸਟੂਡੀਓ 7 ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਤੁਸੀਂ ਸੁਣ ਰਹੇ ਹੋ ਬੀ ਸੋਸ਼ਲ ਪੋਡਕਾਸਟ ਦੀ ਪੇਸ਼ਕਸ਼ ਸਟੂਡੀਓ 7। ਅੱਜ ਦੀ ਸਟੂਡੀਓ 7 ਵਿੱਚ ਤੁਸੀਂ ਸੁਣੋਗੇ ਕਹਾਣੀ ਪਰੀ ਤੇ ਰਾਜਕੁਮਾਰ ਸਰਬਜੀਤ ਸਿੰਘ ਸਿੱਧੂ ਦੀ ਆਵਾਜ਼ ਵਿੱਚ। ਪੁਰਾਣੇ ਸਮਿਆਂ ਦੀ ਗੱਲ ਹੈ। ਇੱਕ ਬਾਗ ਸੀਗਾ ਚੰਦਨ ਦਾ। ਉੱਥੇ ਇੱਕ ਸੰਦਲਾਂ ਨਾਂ ਦੀ ਪਰੀ ਰਹਿੰਦੀ ਸੀ। ਬਹੁਤ ਸੋਹਣੀ ਸੀ ਅਤੇ ਉਸਦੀ ਖੁਸ਼ਬੂ ਇਹੋ ਜਿਹੀ ਸੀ ਵੀ ਪੂਰੇ ਜਿਹੜੇ ਬਾਗ ਦੇ ਰੁੱਖ ਹੈ, ਪੱਤੇ ਹੈ, ਉਹ ਖੁਸ਼ਬੂ ਨਾਲ ਮਹਿਕ ਕੇ ਰਹਿੰਦੇ ਸੀ। ਸੰਦਲਾਂ ਪਰੀ ਇੱਕ ਰੁੱਖ 'ਚ ਰਹਿੰਦੀ ਸੀ। ਉਹ ਬਾਹਰ ਨਹੀਂ ਸੀ ਨਿਕਲਦੀ ਕਿਉਂਕਿ ਜਿਹੜੀ ਸੰਦਲਾਂ ਦੀ ਮਾਂ ਸੀ ਉਹ ਵੀ ਇੱਕ ਪਰੀ ਸੀ ਅਤੇ ਉਹਨੂੰ ਇੱਕ ਸੱਪ ਲੈ ਗਿਆ ਸੀ। ਇਸ ਲਈ ਉਹਨੂੰ ਡਰ ਸੀਗਾ ਕਿਤੇ ਉਹਨੂੰ ਵੀ ਕੋਈ ਸੱਪ ਨਾ ਲੈ ਜੇ। ਇਸ ਲਈ ਉਹ ਦਰਖਤ ਦੇ ਵਿੱਚ ਲੁੱਕ ਕੇ ਰਹਿੰਦੀ ਸੀ। ਦੂਰ ਕਿਤੇ ਇੱਕ ਰਾਜਾ ਸੀ। ਉਸ ਰਾਜੇ ਦੇ 7 ਪੁੱਤਰ ਸੀ। ਉਹਨਾਂ ਵਿੱਚੋਂ 6 ਦਾ ਵਿਆਹ ਹੋ ਗਿਆ ਸੀ ਅਤੇ ਇੱਕ ਅਜੇ ਕੁਆਰਾ ਸੀ। ਸਭ ਤੋਂ ਛੋਟਾ ਰਾਜਕੁਮਾਰ ਸੀ। ਉਹ ਲਾਡਲਾ ਸੀ। ਰਾਜਾ ਰਾਣੀ ਬਹੁਤ ਪਿਆਰ ਕਰਦੇ ਸੀ ਉਹਨੂੰ। ਜਿਹੜੀਆਂ ਉਹਦੀਆਂ ਭਰਜਾਈਆਂ ਸੀ ਰਾਜਕੁਮਾਰ ਦੀਆਂ, ਉਹ ਕਹਿੰਦੀਆਂ ਸੀ ਕਿ ਸਾਡੀ ਭੈਣ ਨਾਲ ਤੂੰ ਵਿਆਹ ਕਰਾ ਲਾ, ਕੋਈ ਵੱਡੀ ਭਰਜਾਈ ਜਾਂ ਉਹ ਤੋਂ ਵੱਡੀ ਭਰਜਾਈ। ਇੱਕ ਦਿਨ ਦੀ ਗੱਲ ਹੈ ਕਿ ਰਾਜਾ ਤੇ ਰਾਣੀ ਅਤੇ ਬਾਕੀ ਸਾਰੇ ਭਰਾ ਉਸਦੇ ਉਹ ਕਿਤੇ ਬਾਹਰ ਗਏ ਹੋਏ ਸੀ ਅਤੇ ਉਸਨੇ ਆਪਣੀ ਭਾਬੀ ਨੂੰ ਕਿਹਾ ਕਿ ਭਾਬੀ ਮੈਨੂੰ ਰੋਟੀ ਦੇ ਦੇ। ਉਹ ਕਹਿੰਦੀ ਨਹੀਂ, ਮੇਰੀ ਭੈਣ ਨਾਲ ਤਾਂ ਤੂੰ ਵਿਆਹ ਨਹੀਂ ਕਰਾਉਂਦਾ, ਮੈਂ ਤੈਨੂੰ ਰੋਟੀ ਕਿਉਂ ਦੇਵਾਂ, ਜਾ ਕੇ ਆਪਣੀ ਦੂਜੀ ਭਾਬੀ ਤੋਂ ਲੈ ਲਾ। ਇੱਦਾਂ ਉਹਨੇ ਹਰੇਕ ਭਾਬੀ ਕੋਲ ਗਿਆ ਅਤੇ ਕਿਸੇ ਭਾਬੀ ਨੇ ਉਹਦੀ ਗੱਲ ਨਾ ਸੁਣੀ, ਸਗੋਂ ਇਹੀ ਕਿਹਾ ਕਿ ਤੂੰ ਸਾਡੀ ਭੈਣ ਨਾਲ ਵਿਆਹ ਕਿਉਂ ਨਹੀਂ ਕਰਾਇਆ। ਜਦੋਂ ਸਭ ਤੋਂ ਛੋਟੀ ਕੋਲੇ ਗਿਆ ਤਾਂ ਉਹ ਗੁੱਸੇ ਹੋ ਗਿਆ। ਕਹਿੰਦਾ ਵੀ ਮੈਨੂੰ ਕੋਈ ਵੀ ਭਾਬੀ ਜਿਹੜੀ ਆ ਰੋਟੀ ਨਹੀਂ ਦਿੰਦੀ। ਉਹਦੀ ਭਾਬੀ ਕਹਿੰਦੀ ਵੀ ਤੂੰ ਵਿਆਹ ਕਰਾ ਲਾ, ਤੇਰੀ ਵਿਆਹ ਦੀ ਉਮਰ ਹੈ। ਉਹ ਕਹਿੰਦਾ ਨਹੀਂ, ਮੈਂ ਬਹੁਤ ਸੋਹਣੀ ਕੁੜੀ ਨਾਲ ਵਿਆਹ ਕਰਾਉਣਾ। ਕਹਿੰਦੀ ਹੋਰ ਤੂੰ ਗਾਂ ਸੰਦਲਾਂ ਪਰੀ ਵਿਆਹ ਕੇ ਲਿਆਏਂਗਾ। ਉਹਨੂੰ ਗੱਲ ਦਿਲ 'ਤੇ ਲੱਗ ਗਈ। ਰਾਜਕੁਮਾਰ ਨੇ ਕੀ ਕੀਤਾ, ਘੋੜਾ ਚੱਕਿਆ ਅਤੇ ਉੱਥੋਂ ਤੁਰ ਪਿਆ ਵੀ ਹੁਣ ਮੈਂ ਸੰਦਲਾਂ ਪਰੀ ਹੀ ਵਿਆਹ ਕੇ ਲਿਆਉਣੀ ਹੈ। ਚਲੋ ਉਹ ਜਾ ਰਿਹਾ ਹੈ ਦੱਖਣ ਵੱਲ ਨੂੰ, ਜਿੱਧਰ ਚੰਦਨ ਦੇ ਬਾਗ ਹੈ, ਚੰਦਨ ਦੇ ਜੰਗਲ ਹੈ। ਉਹ ਜਾ ਰਿਹਾ। ਅੱਗੇ ਕਾਫੀ ਦੂਰ ਜਾਣ ਤੋਂ ਬਾਅਦ ਉਹਨੇ ਦੇਖਿਆ ਕਿ ਇੱਕ ਜੋਗੀ ਹੈ ਜਿਹੜਾ ਕਿ ਆਪਦੀ ਭਗਤੀ ਦੇ ਵਿੱਚ ਲੀਨ ਹੈ। ਉਹ ਜੋਗੀ ਵੱਲ ਵੇਖ ਰਿਹਾ ਅਤੇ ਅਚਾਨਕ ਇੱਕ ਪਾਸਿਓਂ ਸੱਪ ਆਉਂਦਾ। ਰਾਜਕੁਮਾਰ ਨੂੰ ਲੱਗਦਾ ਕਿ ਕਿਤੇ ਸੱਪ ਜੋਗੀ ਦੇ ਡੰਗ ਨਾ ਮਾਰੇ, ਇਸ ਲਈ ਉਹ ਆਪਣੀ ਕਿਰਪਾਨ ਕੱਢਦਾ ਅਤੇ ਸੱਪ ਦੇ ਮਾਰਦਾ। ਉਹਦੇ ਨਾਲ ਸੱਪ ਜ਼ਖਮੀ ਹੋ ਜਾਂਦਾ ਅਤੇ ਬੇਹੋਸ਼ ਹੋ ਕੇ ਡਿੱਗ ਪੈਂਦਾ। ਕੁਝ ਸਮੇਂ ਬਾਅਦ ਜਦੋਂ ਜੋਗੀ ਆਪਣੀ ਭਗਤੀ 'ਚ ਉੱਠਦਾ ਤਾਂ ਉਹ ਦੇਖਦਾ ਕਿ ਸੱਪ ਜ਼ਖਮੀ ਹੋਇਆ ਪਿਆ। ਉਸਨੇ ਰਾਜਕੁਮਾਰ ਨੂੰ ਕਿਹਾ ਕਿ ਇਸ ਨੂੰ ਤੂੰ ਮਾਰਿਆ। ਉਹ ਕਹਿੰਦਾ ਹਾਂਜੀ, ਇਹ ਤੁਹਾਡੇ ਵੱਲ ਆਉਂਦਾ ਸੀ ਅਤੇ ਮੈਨੂੰ ਇਹ ਸੀ ਕਿਤੇ ਤੁਹਾਡੇ ਡੰਗ ਨਾ ਮਾਰੇ। ਜੋਗੀ ਗੁੱਸੇ ਹੋਇਆ। ਜੋਗੀ ਕਹਿੰਦਾ ਇਹ ਤਾਂ ਮੇਰਾ ਭਗਤ ਹੈ, ਇਹ ਇੱਦਾਂ ਹੀ ਜਦੋਂ ਮੈਂ ਭਗਤੀ ਕਰਦਾ ਇਹ ਆਉਂਦਾ ਅਤੇ ਮੇਰੇ ਪੈਰ ਛੂਹ ਕੇ ਵਾਪਸ ਚਲਾ ਜਾਂਦਾ, ਪਰ ਤੂੰ ਇਹ ਬਹੁਤ ਵੱਡੀ ਗਲਤੀ ਕੀਤੀ। ਜੋਗੀ ਨੇ ਉਸ ਸੱਪ ਦੇ ਉੱਪਰ ਹੱਥ ਫੇਰਿਆ ਅਤੇ ਸੱਪ ਠੀਕ ਹੋ ਗਿਆ। ਸੱਪ ਨੇ ਉਸਨੂੰ ਕਿਹਾ ਕਿ ਮੈਂ ਆਪਣਾ ਬਦਲਾ ਜ਼ਰੂਰ ਲਊਂਗਾ। ਗੁੱਸੇ ਦੇ ਵਿੱਚ ਸੱਪ ਉੱਥੋਂ ਚਲਾ ਗਿਆ। ਜੋਗੀ ਨੇ ਰਾਜਕੁਮਾਰ ਨੂੰ ਕਿਹਾ ਕਿ ਇਹ ਸੱਪ ਦੀ ਉਮਰ ਬਹੁਤ ਹੋ ਚੁੱਕੀ ਹੈ ਅਤੇ ਇਹ ਸੱਪ ਹੁਣ ਛਲੇਡਾ ਸੱਪ ਬਣ ਗਿਆ, ਵੀ ਆਪਣਾ ਰੂਪ ਬਦਲ ਸਕਦਾ ਹੈ, ਕਿਸੇ ਵੀ ਰੂਪ ਦੇ ਵਿੱਚ ਆ ਸਕਦਾ ਹੈ, ਇਸ ਲਈ ਤੂੰ ਧਿਆਨ ਰੱਖੀ ਆਪਣਾ। ਤਾਂ ਜੋਗੀ ਨੇ ਪੁੱਛਿਆ ਕਿ ਤੂੰ ਇੱਧਰ ਕੀ ਕਰਨ ਆ ਰਿਹਾ। ਤਾਂ ਰਾਜਕੁਮਾਰ ਨੇ ਦੱਸਿਆ ਕਿ ਮੈਂ ਸੰਦਲਾਂ ਪਰੀ ਨੂੰ ਵਿਆਹ ਕੇ ਲਿਆਉਣਾ। ਜੋਗੀ ਨੇ ਕਿਹਾ ਕਿ ਹੁਣ ਤੱਕ ਬੜੇ ਰਾਜਕੁਮਾਰ ਇੱਥੇ ਆਏ ਸੰਦਲਾਂ ਪਰੀ ਨੂੰ ਵਿਆਹੁਣ ਲਈ, ਪਰ ਸੰਦਲਾਂ ਪਰੀ ਕਿਸੇ ਨੂੰ ਨਹੀਂ ਮਿਲੀ। ਉਹ ਇੰਨੇ ਚੰਦਨ ਦੇ ਰੁੱਖ ਆ, ਉਹ ਪਤਾ ਨਹੀਂ ਕਿਹੜੇ ਰੁੱਖ ਦੇ ਵਿੱਚ ਰਹਿੰਦੀ ਹੈ, ਤੂੰ ਉਹਨੂੰ ਕਿਵੇਂ ਭਾਲ ਲੇਗਾ। ਉਹ ਕਹਿੰਦਾ ਕੁਛ ਵੀ ਹੋਵੇ, ਮੈਂ ਤਾਂ ਸੰਦਲਾਂ ਪਰੀ ਨੂੰ ਭਾਲ ਕੇ ਹੀ ਲੈ ਕੇ ਜਾਣਾ। ਜਦੋਂ ਇੰਨਾ ਜਨੂੰਨ ਦੇਖਿਆ ਤਾਂ ਜੋਗੀ ਨੇ ਇੱਕ ਕੌਡੀ ਰਾਜਕੁਮਾਰ ਦੇ ਹੱਥ ਦੇ ਵਿੱਚ ਦਿੱਤੀ ਅਤੇ ਕਿਹਾ ਕਿ ਇਹ ਕੌਡੀ ਤੂੰ ਹਰੇਕ ਚੰਦਨ ਦੇ ਰੁੱਖ ਦੇ ਨਾਲ ਲਾ ਕੇ ਵੇਖੀ ਅਤੇ ਤੈਨੂੰ ਕਿਸੇ ਨਾ ਕਿਸੇ ਰੁੱਖ ਦੇ ਵਿੱਚੋਂ ਉਹ ਪਰੀ ਜ਼ਰੂਰ ਦਿਖੇਗੀ। ਅਤੇ ਨਾਲੇ ਜਿੰਨਾ ਚਿਰ ਇਹ ਕੌਡੀ ਤੇਰੇ ਕੋਲੇ ਰਹੇਗੀ ਉਹਨਾਂ ਚਿਰ ਕੋਈ ਵੀ ਸੱਪ ਤੇਰੇ ਨੇੜੇ ਨਹੀਂ ਲੱਗੇਗਾ। ਰਾਜਕੁਮਾਰ ਨੇ ਕੌਡੀ ਫੜੀ ਅਤੇ ਉੱਥੋਂ ਚਲਿਆ ਗਿਆ। ਅੱਗੇ ਜਾ ਕੇ ਕਾਫੀ ਦੂਰ ਜਦੋਂ ਅੱਗੇ ਆਇਆ ਤਾਂ ਉੱਥੇ ਚੰਦਨ ਦੇ ਬਾਗ ਸੀ, ਚੰਦਨ ਦੇ ਰੁੱਖ ਲੱਗੇ ਹੋਏ ਸੀ ਬਹੁਤ। ਉਸ ਰਾਜੇ ਨੇ ਸੋਚਿਆ ਕਿ ਇੰਨੇ ਰੁੱਖਾਂ ਨਾਲ ਮੈਂ ਕੌਡੀ ਲਾ ਕੇ ਕਿਵੇਂ ਪਤਾ ਕਰ ਸਕਦਾ, ਪਰ ਫਿਰ ਵੀ ਉਹ ਇੰਨਾ ਜਨੂੰਨੀ ਸੀ
ਇਹ ਸੋਚ ਕੇ ਉਹ ਹਰ ਇੱਕ ਰੁੱਖ ਨਾਲ ਕੌਡੀ ਲਾ ਕੇ ਵੇਖਣ ਲੱਗਿਆ। ਉਸ ਨੂੰ ਸ਼ਾਮ ਹੋ ਗਈ। ਰਾਤ ਨੂੰ ਉਹ ਸੁੱਤਾ ਤੇ ਅਗਲੇ ਦਿਨ ਫਿਰ ਉੱਠ ਕੇ ਇਦਾਂ ਹੀ ਕਰਨ ਲੱਗਿਆ। ਅੰਤ ਨੂੰ ਇੱਕ ਰੁੱਖ ਦੇ ਵਿੱਚ ਉਸ ਨੂੰ ਪਰੀ ਦਿਖਾਈ ਦਿੱਤੀ। ਜਦੋਂ ਉਸਨੇ ਪਰੀ ਦੇਖੀ ਤਾਂ ਉਹ ਦੇਖਦਾ ਹੀ ਰਹਿ ਗਿਆ। ਬਹੁਤ ਖੂਬਸੂਰਤ ਸੀ। ਐਦਾਂ ਲੱਗਦਾ ਸੀ ਜਿਵੇਂ ਜੰਨਤ ਚੋਂ ਆਈ ਹੋਵੇ। ਉਹ ਇੱਕ ਦੂਜੇ ਵੱਲ ਵੇਖਦੇ ਹੀ ਰਹਿ ਗਏ। ਰਾਜਕੁਮਾਰ ਨੇ ਕਿਹਾ ਕਿ ਮੈਂ ਇਸ ਤੋਂ ਪਹਿਲਾਂ ਕਦੇ ਵੀ ਇੰਨੀ ਸੋਹਣੀ ਕੁੜੀ ਨਹੀਂ ਵੇਖੀ। ਪਰੀ ਵੀ ਉਸ ਨੂੰ ਦੇਖ ਕੇ ਮੋਹਿਤ ਹੋ ਗਈ। ਦੋਵਾਂ ਨੇ ਪਿਆਰ ਭਰੀਆਂ ਗੱਲਾਂ ਕੀਤੀਆਂ। ਰਾਜਕੁਮਾਰ ਨੇ ਕਿਹਾ ਕਿ ਮੈਂ ਤੈਨੂੰ ਵਿਆਹੁਣ ਆਇਆ। ਪਰੀ ਵੀ ਕਹਿੰਦੀ ਕਿ ਮੈਨੂੰ ਤੇਰੇ ਵਰਗੇ ਰਾਜਕੁਮਾਰ ਦੀ ਬਹੁਤ ਉਡੀਕ ਸੀ। ਮੈਨੂੰ ਡਰ ਸੀ ਕਿਤੇ ਮੈਨੂੰ ਇੱਥੋਂ ਕੋਈ ਸੱਪ ਨਾ ਲੈ ਜਾਵੇ। ਅਚਾਨਕ ਉਸਨੇ ਰਾਜਕੁਮਾਰ ਦੇ ਪਿੱਛੇ ਆਉਂਦਾ ਸੱਪ ਵੇਖਿਆ। ਸੱਪ ਆਪਣਾ ਬਦਲਾ ਲੈਣ ਲਈ ਹੀ ਆ ਰਿਹਾ ਸੀ। ਸੱਪ ਜਦੋਂ ਰਾਜਕੁਮਾਰ ਵੱਲ ਗਿਆ ਤਾਂ ਉਸ ਤੋਂ ਰਾਜਕੁਮਾਰ ਦੇ ਨੇੜੇ ਨਾ ਲੱਗਿਆ ਗਿਆ ਤੇ ਉਹ ਪਰੀ ਨੂੰ ਚੱਕ ਕੇ ਆਪਣੇ ਨਾਲ ਲੈ ਗਿਆ। ਰਾਜਕੁਮਾਰ ਬਹੁਤ ਮਗਰ ਭੱਜਿਆ ਪਰ ਉਸ ਦੀ ਕੋਈ ਵਾਹ ਨਾ ਗਈ। ਸੱਪ ਪਰੀ ਨੂੰ ਕਿਤੇ ਦੂਰ ਲੈ ਗਿਆ। ਸੱਪ ਰਾਜਕੁਮਾਰ ਦੇ ਤਾਂ ਨਾ ਨੇੜੇ ਲੱਗ ਸਕਿਆ ਕਿਉਂਕਿ ਉਸ ਦੇ ਕੋਲੇ ਕੌਡੀ ਸੀ। ਜਦੋਂ ਰਾਜਕੁਮਾਰ ਨੂੰ ਇੱਦਾਂ ਲੱਗਿਆ ਕਿ ਹੁਣ ਉਸ ਦੀ ਬੇਵਾਹ ਹੋ ਗਈ ਹੈ ਤੇ ਉਹ ਕਿਤੇ ਵੀ ਉਸ ਪਰੀ ਨੂੰ ਨਹੀਂ ਲੱਭ ਸਕਦਾ ਤਾਂ ਮੁੜ ਕੇ ਉਹ ਉਸੇ ਰੁੱਖ ਥੱਲੇ ਜਿਸ ਦੇ ਵਿੱਚ ਪਰੀ ਸੀ ਉੱਥੇ ਆ ਕੇ ਲੇਟ ਗਿਆ। ਨੇੜੇ ਦੇ ਜਿਹੜੇ ਸੱਪ ਸੀ ਉਹ ਰੋਜ਼ ਰਾਜਕੁਮਾਰ ਦੇ ਨੇੜੇ ਜਾਂਦੇ, ਉਸ ਨੂੰ ਦੇਖਦੇ, ਪਰ ਉਹ ਰਾਜਕੁਮਾਰ ਉੱਦਾਂ ਉੱਥੇ ਹੀ ਪਿਆ ਰਿਹਾ। ਉੱਧਰ ਜਿਹੜਾ ਸੱਪ ਪਰੀ ਨੂੰ ਲੈ ਕੇ ਗਿਆ ਸੀ ਉਸਨੇ ਪਰੀ ਨੂੰ ਕਿਹਾ ਕਿ ਇਹ ਮੇਰਾ ਰਾਜ ਹੈ, ਇੱਥੇ ਹੁਣ ਤੂੰ ਮੇਰੇ ਨਾਲ ਵਿਆਹ ਕਰਵਾਏਂਗੀ। ਪਰੀ ਨੇ ਕਿਹਾ ਕਿ ਨਹੀਂ, ਮੈਂ ਤਾਂ ਉਸ ਰਾਜਕੁਮਾਰ ਨਾਲ ਹੀ ਵਿਆਹ ਕਰਾਉਣਾ। ਸੱਪ ਨੇ ਕਿਹਾ ਨਹੀਂ, ਤੂੰ ਹੁਣ ਮੇਰੇ ਨਾਲ ਹੀ ਵਿਆਹ ਕਰਾਏਂਗੀ ਤੇ ਮੇਰੀ ਰਾਣੀ ਬਣ ਕੇ ਰਹੇਂਗੀ। ਪਰੀ ਬਹੁਤ ਰੋਈ ਕਰਲਾਈ ਪਰ ਸੱਪ ਨੇ ਇੱਕ ਨਾ ਸੁਣੀ ਤੇ ਸੱਪ ਨੇ ਐਲਾਨ ਕਰਤਾ ਕਿ ਅਗਲੇ ਮਹੀਨੇ ਮੈਂ ਤੇਰੇ ਨਾਲ ਵਿਆਹ ਕਰਾਵਾਂਗਾ। ਉੱਧਰ ਰਾਜਕੁਮਾਰ ਵੀ ਮੁਹੱਬਤ ਦੇ ਵਿੱਚ ਬਹੁਤ ਡੁੱਬ ਚੁੱਕਿਆ ਸੀ ਅਤੇ ਉਡੀਕ ਕਰ ਰਿਹਾ ਸੀ ਕਿ ਕਦੋਂ ਪਰੀ ਵਾਪਸ ਆਵੇਗੀ। ਨੇੜੇ ਦੇ ਸੱਪਾਂ ਨੇ ਜਦੋਂ ਦੇਖਿਆ ਕਿ ਰਾਜਕੁਮਾਰ ਬਹੁਤ ਜਨੂੰਨੀ ਹੈ, ਇਹ ਆਪਣੀ ਜਿੱਦ ਨਹੀਂ ਛੱਡੇਗਾ, ਉਹ ਉਸ ਦੇ ਕੋਲ ਖੜੇ ਰਹੇ। ਇੱਕ ਬੁੱਢਾ ਸੱਪ ਆਇਆ, ਉਸਨੇ ਸਾਰੀ ਗੱਲ ਕਹਾਣੀ ਪੁੱਛੀ ਤਾਂ ਨਾਲ ਦੇ ਸੱਪਾਂ ਨੇ ਦੱਸਿਆ ਕਿ ਇੱਦਾਂ ਕਰਕੇ ਜਿਹੜਾ ਉਹ ਚਲੇਡਾ ਸੱਪ ਹੈ ਉਹ ਇਸ ਦੀ ਪਰੀ ਨੂੰ, ਇਸ ਦੀ ਰਾਣੀ ਨੂੰ ਚੱਕ ਕੇ ਲੈ ਗਿਆ। ਉਸ ਬੁੱਢੇ ਸੱਪ ਨੇ ਰਾਜਕੁਮਾਰ ਨਾਲ ਗੱਲ ਕੀਤੀ ਤੇ ਉਸਨੇ ਦੱਸਿਆ ਕਿ ਮੈਨੂੰ ਪਤਾ ਹੈ ਕਿ ਉਹ ਸੱਪ ਪਰੀ ਨੂੰ ਕਿੱਥੇ ਲੈ ਕੇ ਗਿਆ ਹੋਵੇਗਾ। ਰਾਜਕੁਮਾਰ ਉਹਨਾਂ ਸੱਪਾਂ ਨਾਲ ਜਦੋਂ ਉਸ ਚਲੇਡੇ ਸੱਪ ਕੋਲ ਗਿਆ ਤੇ ਬੁੱਢੇ ਸੱਪ ਨੇ ਕਿਹਾ ਕਿ ਤੂੰ ਇਸ ਦੀ ਪਰੀ ਵਾਪਸ ਕਰ ਦੇ, ਤਾਂ ਚਲੇਡਾ ਸੱਪ ਕਹਿੰਦਾ ਕਿ ਨਹੀਂ, ਉਸ ਨਾਲ ਤਾਂ ਮੈਂ ਹੁਣ ਵਿਆਹ ਕਰਾਵਾਂਗਾ। ਚਲੇਡਾ ਸੱਪ ਬਹੁਤ ਹੰਕਾਰੀ ਸੀ। ਬੁੱਢੇ ਸੱਪ ਦੇ ਲੱਖ ਕਹਿਣ ਦੇ ਬਾਵਜੂਦ ਵੀ ਉਸਨੇ ਕੋਈ ਗੱਲ ਨਾ ਮੰਨੀ, ਸਗੋਂ ਚਲੇਡਾ ਸੱਪ ਬੁਰਾ ਭਲਾ ਤੇ ਗੰਦਾ ਬੋਲਣ ਲੱਗਿਆ। ਉਸਨੇ ਕਿਹਾ ਕਿ ਮੈਂ ਤੁਹਾਨੂੰ ਸਭ ਨੂੰ ਮਾਰ ਦੇਵਾਂਗਾ। ਬਾਕੀ ਦੇ ਸੱਪ ਗੁੱਸੇ ਵਿੱਚ ਆ ਗਏ ਤੇ ਉਸਨੇ ਚਲੇਡੇ ਸੱਪ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ। ਕਾਫੀ ਲੰਬੇ ਸਮੇਂ ਬਾਅਦ ਉਸ ਬੁੱਢੇ ਸੱਪ ਨੇ ਕਿਹਾ ਕਿ ਬਸ ਕਰੋ, ਇਸ ਨੂੰ ਹੋਰ ਨਾ ਕੁੱਟੋ। ਚਲੇਡਾ ਸੱਪ ਜਦੋਂ ਗੁੱਸੇ ਨਾਲ ਬੁੱਢੇ ਸੱਪ ਵੱਲ ਗਿਆ ਤਾਂ ਰਾਜਕੁਮਾਰ ਨੇ ਆਪਣੀ ਕਿਰਪਾਨ ਕੱਢੀ ਅਤੇ ਚਲੇਡੇ ਸੱਪ ਦੇ ਮਾਰੀ ਤੇ ਉਸਦੇ 2 ਟੋਟੇ ਹੋ ਗਏ। ਬੁੱਢੇ ਸੱਪ ਨੇ ਕਿਹਾ ਕਿ ਇਹ ਬਹੁਤ ਹੰਕਾਰਿਆ ਸੀ, ਇਸ ਨੇ ਆਪਣੇ ਨਾਲ ਦੇ ਸੱਪਾਂ ਨੂੰ ਵੀ ਬਹੁਤ ਤੰਗ ਕੀਤਾ ਹੋਇਆ ਸੀ ਤੇ ਰਾਜਕੁਮਾਰ ਨੇ ਬਹੁਤ ਚੰਗਾ ਕੀਤਾ। ਰਾਜਕੁਮਾਰ ਪਰੀ ਨੂੰ ਆਪਣੇ ਨਾਲ ਲੈ ਗਿਆ ਤੇ ਉਸ ਨਾਲ ਵਿਆਹ ਕਰਵਾਇਆ ਤੇ ਜਾ ਕੇ ਆਪਣੀਆਂ ਭਰਜਾਈਆਂ ਨੂੰ ਕਿਹਾ ਕਿ ਦੇਖੋ, ਮੈਂ ਸੰਦਲਾਂ ਪਰੀ ਵਿਆਹ ਕੇ ਲਿਆ।